ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਵਿਸ਼ਨੂੰ ਗੁਪਤ ਦੁਆਰਾ ਲਿਖੀ ਕਿਤਾਬ ਚਾਣਕਿਆ ਨੀਤੀ। ਧਰਮ। ਠੀਕ ਕੰਮ ਕਰਨਾ ਹੀ ਧਰਮ ਹੈ। ਮਾਨਵਤਾ ਤੋਂ ਵੱਡਾ ਕੋਈ ਧਰਮ ਇਸ ਸੰਸਾਰ ਵਿੱਚ ਨਹੀਂ ਹੈ। ਪਰ ਫਿਰ ਵੀ ਜਦੋਂ ਅਸੀਂ ਆਪਣੇ ਚਾਰੋਂ ਪਾਸੇ ਕਈ ਤਰ੍ਹਾਂ ਦੇ ਧਰਮਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਮਾਨਵਤਾ ਦੇ ਨਾਲ ਕਿਸੇ ਨਾ ਕਿਸੇ ਧਰਮ ਦਾ ਰਿਸ਼ਤਾ ਜੁੜਿਆ ਹੋਇਆ ਹੈ। ਇਸ ਲਈ ਧਰਮ ਦੇ ਬਾਰੇ ਵੀ ਸੋਚਣਾ ਪਵੇਗਾ। ਗੁਰੂ ਚਾਣਕਿਆ ਨੇ ਹੀ ਜਦ ਮਨੁੱਖ ਨੂੰ ਧਰਮ ਦੇ ਬੰਧਨਾਂ ਵਿੱਚ ਜਕੜੇ ਹੋਏ ਵੇਖਿਆ ਤਾਂ ਉਹਨਾਂ ਲੋਕਾਂ ਦੇ ਧਰਮ ਦਾ ਗਿਆਨ ਵੀ ਦਿੱਤਾ। ਇਸੇ ਗਿਆਨ ਦੇ ਸਹਾਰੇ ਅਸੀਂ ਮਾਨਵਤਾ ਨੂੰ ਧਰਮ ਦੇ ਨਾਲ ਰੱਖਦੇ ਹੋਏ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਾਂ। ਸਭ ਤੋਂ ਪਹਿਲਾਂ ਮੈਂ ਆਪਣੇ ਤਿੰਨਾਂ ਲੋਕਾਂ ਦੇ ਸੁਆਮੀ ਭਗਵਾਨ ਨੂੰ ਪ੍ਰਣਾਮ ਕਰਦਾ ਹਾਂ। ਕਈ ਸ਼ਾਸਤਰਾਂ ਵਿੱਚ ਰਾਜਨੀਤੀ ਵਿਸ਼ੇ ਦੀਆਂ ਗੱਲਾਂ ਨੂੰ ਇਕੱਠਾ ਕਰਕੇ ਲੋਕਾਂ ਦੇ ਹਿੱਤਾਂ ਲਈ ਕਹਿ ਰਿਹਾ ਹਾਂ। ਭਗਵਾਨ, ਇਸ ਕੰਮ ਲਈ ਮੇਰੀ ਸਹਾਇਤਾ ਕਰੋ ਤਾਂ ਕਿ ਮੈਂ ਇਸ ਸੰਗ੍ਰਹਿ ਨੂੰ ਮਨੁੱਖ ਜਾਤੀ ਦੀ ਭਲਾਈ ਲਈ ਇੰਨਾ ਉਪਯੋਗੀ ਬਣਾ ਸਕਾਂ ਕਿ ਹਰ ਪ੍ਰਾਣੀ ਇਸ ਨੂੰ ਪੜ੍ਹ ਕੇ ਆਪਣੇ ਲਈ ਸੁੱਖ ਅਤੇ ਸ਼ਾਂਤੀ ਦੀ ਖੋਜ ਕਰ ਸਕੇ। ਕਿਸੇ ਇੱਕ ਸ਼ਲੋਕ ਨੂੰ ਅੱਧੇ ਨੂੰ ਜਾਂ ਉਸ ਤੋਂ ਵੀ ਅੱਧੇ ਨੂੰ ਹਰ ਰੋਜ਼ ਮਨਨ ਕਰਨਾ ਠੀਕ ਹੈ। ਦਾਨ, ਪੜ੍ਹਾਈ ਆਦਿ ਕਰਮ ਤੋਂ ਦਿਨ ਵਿੱਚ ਸਾਰਥਕ ਬਣਾਉਣਾ ਚਾਹੀਦਾ ਹੈ। ਦਾਨ ਅਤੇ ਗਿਆਨ ਦੋਵੇਂ ਹੀ ਪੁਰਖਾਂ ਲਈ ਬਹੁਤ ਜ਼ਰੂਰੀ ਹਨ। ਇਹਨਾਂ ਦੋਹਾਂ ਦੇ ਕਰਨ 'ਤੇ ਮਨੁੱਖ ਦਾ ਮਨ ਲੱਗਿਆ ਰਹਿੰਦਾ ਹੈ। ਉਸ ਦਾ ਸਮਾਂ ਬੇਕਾਰ ਨਹੀਂ ਜਾਂਦਾ। ਮਨੁੱਖ ਨੂੰ ਧਰਮ, ਅਰਥ, ਕਾਮ, ਮੋਕਸ਼ ਇਹਨਾਂ ਚਾਰਾਂ ਵਿੱਚੋਂ ਕਿਸੇ ਇੱਕ ਦੀ ਪ੍ਰਾਪਤੀ ਲਈ ਜੇਕਰ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਇਸ ਤਰ੍ਹਾਂ ਦੇ ਕੰਮ ਨਾ ਕੀਤੇ ਜਾਣ ਕਿ ਜਿਸ ਤੋਂ ਅਜਿਹਾ ਫਲ ਮਿਲੇ ਤਾਂ ਫਿਰ ਮਨੁੱਖ ਜਨਮ ਬੇਕਾਰ ਹੈ। ਉਸ ਮਨੁੱਖ ਦਾ ਧਰਤੀ 'ਤੇ ਆਉਣਾ ਹੀ ਬੇਕਾਰ ਹੈ। ਇਸ ਤਰ੍ਹਾਂ ਦੇ ਪੁਰਖ ਆਪਣੇ ਉੱਤੇ ਵੀ ਬੋਝ ਹੁੰਦੇ ਹੋਏ ਇਸ ਧਰਤੀ 'ਤੇ ਵੀ ਬੋਝ ਬਣੇ ਰਹਿੰਦੇ ਹਨ। ਜੀਵਨ ਦਾ ਉਪਯੋਗ ਸਮੇਂ ਦੇ ਨਾਲ ਚੰਗੇ ਕੰਮਾਂ ਵਿੱਚ ਲਗਾ ਕੇ ਕਰ ਸਕਦਾ ਹੈ। ਚੰਗੇ ਕੰਮ ਹੀ ਮਨੁੱਖ ਨੂੰ ਮਹਾਨ ਬਣਾਉਂਦੇ ਹਨ। ਇਹ ਨਾ ਭੁੱਲੋ ਕਿ ਜੀਵਨ ਅਸਥਾਈ ਹੈ। ਇਸ ਲਈ ਇਸ ਜੀਵਨ ਦੇ ਹਰ ਪਲ ਦਾ ਉਪਯੋਗ ਕੀਤਾ ਜਾਣਾ ਜ਼ਰੂਰੀ ਹੈ। ਮੌਤ ਆ ਜਾਵੇਗੀ ਤਾਂ ਫਿਰ ਕੁਝ ਵੀ ਨਾ ਰਹੇਗਾ। ਨਾ ਇਹ ਸਰੀਰ, ਨਾ ਕਲਪਨਾ, ਨਾ ਆਸ਼ਾ। ਹਰ ਚੀਜ਼ ਮੌਤ ਦੇ ਨਾਲ ਦਮ ਤੋੜ ਦੇਵੇਗੀ। ਸਭ ਤੋਂ ਵੱਡਾ ਦੇਵਤਾ ਅੱਗ ਹੈ। ਦੇਵਤਾ ਜੀਵ ਦੇ ਦਿਲ ਵਿੱਚ ਰਹਿੰਦਾ ਹੈ। ਸਧਾਰਨ ਬੁੱਧੀ ਵਾਲਿਆਂ ਲਈ ਇਹ ਪੱਥਰ ਦੀਆਂ ਮੂਰਤੀਆਂ ਹੀ ਤਾਂ ਦੇਵੀ ਦੇਵਤਾ ਹੁੰਦੇ ਹਨ। ਉਹ ਇਹਨਾਂ ਮੂਰਤੀਆਂ ਵਿੱਚ ਹੀ ਭਗਵਾਨ ਦੇ ਦਰਸ਼ਨ ਕਰਦੇ ਹਨ। ਪਰ ਇਹ ਨਾ ਭੁੱਲੋ ਕਿ ਚੰਗੇ ਵਿਹਾਰ ਵਾਲੇ ਅਤੇ ਤੇਜ਼ ਬੁੱਧੀ ਵਾਲੇ ਗਿਆਨੀਆਂ ਲਈ ਇਸ ਧਰਤੀ ਦੇ ਕਣ-ਕਣ ਵਿੱਚ ਹੀ ਭਗਵਾਨ ਨਿਵਾਸ ਕਰਦੇ ਹਨ। ਉਹਨਾਂ ਲਈ ਤਾਂ ਸੰਸਾਰ ਦੇ ਹਰ ਥਾਂ 'ਤੇ ਭਗਵਾਨ ਹੀ ਭਗਵਾਨ ਹੈ। ਸੱਚ ਹੀ ਸਭ ਤੋਂ ਮਹਾਨ ਹੈ। ਸੱਚ ਨੂੰ ਛੱਡ ਕੇ ਬਾਕੀ ਸਭ ਕੁਝ ਝੂਠ ਹੈ। ਇਹ ਸੱਚ ਹੈ ਸੂਰਜ ਵਿਆਪਤ ਹੈ। ਇਹ ਵੀ ਸੱਚ ਹੈ ਕਿ ਹਵਾ ਕਹਿੰਦੀ ਹੈ। ਇਸ ਤਰ੍ਹਾਂ ਇਸ ਸੰਸਾਰ ਵਿੱਚ ਸਭ ਚੀਜ਼ਾਂ ਕੇਵਲ ਸੱਚ 'ਤੇ ਹੀ ਨਿਰਭਰ ਹਨ। ਇਸ ਲਈ ਜੀਵ ਨੂੰ ਸਦਾ ਸੱਚ ਦਾ ਪਾਲਣ ਕਰਨਾ ਚਾਹੀਦਾ ਹੈ। ਕੇਵਲ ਇੱਕ ਸੱਚ ਦੇ ਸਹਾਰੇ ਹੀ ਉਹ ਜੀਵਨ ਦੇ ਹਰ ਖੇਤਰ ਵਿੱਚ ਜਿੱਤ ਪ੍ਰਾਪਤ ਕਰ ਸਕਦਾ ਹੈ। ਪੁਰਖ ਸ਼ੁਰੂ ਤੋਂ ਹੀ ਚੰਚਲ ਹੈ। ਇਸ ਸੰਸਾਰ ਵਿੱਚ ਕੁਝ ਵੀ ਸਥਾਈ ਨਹੀਂ। ਲਕਸ਼ਮੀ ਵੀ ਚੰਚਲ ਹੈ। ਉਹ ਸਦਾ ਇੱਕ ਥਾਂ 'ਤੇ ਕਿਸੇ ਇੱਕ ਕੋਲ ਨਹੀਂ ਰਹਿੰਦੀ। ਉਹ ਘੁੰਮਦੀ ਰਹਿੰਦੀ ਹੈ। ਇਸ ਤਰ੍ਹਾਂ ਇਸ ਸੰਸਾਰ ਵਿੱਚ ਹਰ ਚੀਜ਼ ਚੱਲਦੀ ਰਹਿੰਦੀ ਹੈ। ਪੈਸਾ, ਰਿਸ਼ਤੇ, ਨਾਤੇ, ਘਰ ਦੁਆਰ ਸਭ ਕੁਝ ਹੀ ਤਾਂ ਚੰਚਲ ਹੈ। ਇਹਨਾਂ ਵਿੱਚੋਂ ਕੋਈ ਸਦਾ ਕਿਸੇ ਦੇ ਨਾਲ ਨਹੀਂ ਰਹਿੰਦਾ। ਹਾਂ, ਕੇਵਲ ਇੱਕ ਧਰਮ ਹੀ ਹੈ ਜੋ ਅਟੱਲ ਸੱਚ ਹੈ। ਇਹ ਗਿਆਨ ਦਾ ਭੰਡਾਰ ਹੈ। ਗਿਆਨ ਹੀ ਸਥਾਈ ਹੈ। ਇਹ ਕਦੇ ਵੀ ਪ੍ਰਾਣਾਂ ਦਾ ਸਾਥ ਨਹੀਂ ਛੱਡਦਾ। ਮਨੁੱਖ ਦੀ ਸੁਣਨ ਦੀ ਸ਼ਕਤੀ ਸਭ ਤੋਂ ਮਹਾਨ ਹੁੰਦੀ ਹੈ। ਉਹ ਸੁਣ ਕੇ ਹੀ ਗਿਆਨ ਪਾਉਂਦਾ ਹੈ। ਉਹ ਸੁਣ ਕੇ ਹੀ ਮੋਕਸ਼ ਪਾਉਂਦਾ ਹੈ। ਇਸ ਤਰ੍ਹਾਂ ਤੋਂ ਜੀਵ ਹਰ ਚੰਗੀ ਚੀਜ਼ ਤੋਂ ਕੇਵਲ ਸੁਣ ਕੇ ਹੀ ਗ੍ਰਹਿਣ ਕਰਦਾ ਹੈ। ਚੰਗਾ ਬੁਰਾ ਦੋਨੋਂ ਹੀ ਜੀਵਨ ਸੁਣਦਾ ਹੈ। ਪਰ ਬੁਰਾਈ ਤੋਂ ਦੂਰ ਰਹਿੰਦੇ ਹੋਏ ਉਸਨੂੰ ਕੇਵਲ ਚੰਗਿਆਈ ਅਤੇ ਗਿਆਨ ਦੀਆਂ ਗੱਲਾਂ ਨੂੰ ਸੁਣਨਾ ਚਾਹੀਦਾ ਹੈ। ਹੋਣੀ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਗਿਆ ਹੈ। ਜੋ ਵੀ ਜੀਵ ਦੇ ਨਾਲ ਹੋਣ ਵਾਲਾ ਹੋਵੇਗਾ ਉਸ ਦੇ ਅਨੁਸਾਰ ਬੁੱਧੀ ਅਤੇ ਉਸ ਤਰ੍ਹਾਂ ਦੀ ਹੀ ਜੀਵ ਦਾ ਵਿਹਾਰ ਹੋ ਜਾਂਦਾ ਹੈ। ਹੋਣੀ ਦਾ ਅਸਰ ਉਸਦੇ ਸਾਰੇ ਸਰੀਰ 'ਤੇ ਪੈਂਦਾ ਹੈ। ਹੋਣੀ ਨੂੰ ਕੋਈ ਟਾਲ ਨਹੀਂ ਸਕਦਾ। ਹੋਣੀ ਹੋਣਹਾਰ ਹੈ। ਉਹ ਹੋ ਕੇ ਰਹੇਗੀ। ਮੌਤ ਨੂੰ ਇਸ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਮੰਨਿਆ ਗਿਆ ਹੈ। ਮੌਤ ਇਸ ਸੰਸਾਰ ਦੇ ਹਰ ਪ੍ਰਾਣੀ ਨੂੰ ਖਾ ਜਾਂਦੀ ਹੈ। ਸੰਸਾਰ ਦੇ ਖਤਮ ਹੋ ਜਾਣ 'ਤੇ ਵੀ ਕੇਵਲ ਇੱਕ ਮੌਤ ਦਾ ਰਾਜ ਹੀ ਬਾਕੀ ਰਹਿ ਜਾਂਦਾ ਹੈ। ਮੌਤ ਕਦੇ ਸੌਂਦੀ ਨਹੀਂ, ਹਮੇਸ਼ਾ ਜਾਗਦੀ ਰਹਿੰਦੀ ਹੈ। ਇਸ ਲਈ ਮੌਤ ਨੂੰ ਕਦੇ ਨਾ ਭੁੱਲੋ। ਸਦਾ ਮੌਤ ਨੂੰ ਯਾਦ ਰੱਖਦੇ ਹੋਏ ਸਦਾ ਚੰਗੇ ਕੰਮ ਕਰੋ। ਜੀਵਨ ਦਾ ਨਿਸ਼ਾਨਾ ਬੁਰਾਈ ਨਹੀਂ, ਚੰਗਿਆਈ ਹੈ।
ਜੀਵ ਜਿਸ ਤਰ੍ਹਾਂ ਦਾ ਕਰਮ ਕਰਦਾ ਹੈ ਉਸ ਨੂੰ ਵੈਸਾ ਹੀ ਫਲ ਮਿਲਦਾ ਹੈ। ਇਹਨਾਂ ਕਰਮਾਂ ਦੇ ਕਾਰਨ ਹੀ ਤਾਂ ਪ੍ਰਾਣੀ ਇਸ ਸੰਸਾਰ ਦੇ ਮਾਇਆ ਜਾਲ ਵਿੱਚ ਬੰਨ੍ਹਿਆ ਰਹਿੰਦਾ ਹੈ ਅਤੇ ਜਦੋਂ ਮੌਤ ਆਉਂਦੀ ਹੈ ਤਾਂ ਇਹ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਕੁਝ ਵੀ ਜੀਵ ਦੇ ਨਾਲ ਨਹੀਂ ਜਾਂਦਾ। ਜੇ ਕੁਝ ਉਸ ਦੇ ਨਾਲ ਜਾਂਦਾ ਹੈ ਤਾਂ ਉਹ ਹੈ ਕਰਮ। ਇਸ ਸੰਸਾਰ ਵਿੱਚ ਸਿਰਫ ਕਰਮ ਹੀ ਪ੍ਰਧਾਨ ਹੈ। ਕਰਮ ਦਾ ਫਲ ਹੀ ਮਨੁੱਖ ਨੂੰ ਮਿਲਦਾ ਹੈ। ਇਹ ਤਾਂ ਸਪਸ਼ਟ ਹੈ ਕਿ ਮਨੁੱਖ ਨੂੰ ਕੇਵਲ ਕਰਮ ਦਾ ਹੀ ਫਲ ਮਿਲਦਾ ਹੈ। ਤਾਂ ਫਿਰ ਜੀਵ ਲਈ ਇਹ ਜ਼ਰੂਰੀ ਹੈ ਕਿ ਉਹ ਸਦਾ ਚੰਗੇ ਕਰਮ ਕਰੇ, ਦੂਜਿਆਂ ਦਾ ਭਲਾ ਕਰੇ। ਦੂਜਿਆਂ ਦਾ ਭਲਾ ਕਰਨ ਵਾਲੇ ਹੀ ਆਤਮ ਸ਼ਾਂਤੀ ਪ੍ਰਾਪਤ ਕਰਦੇ ਹਨ। ਇੰਦਰੀਆਂ ਦੇ ਸੰਜਮ ਅਤੇ ਜੀਵਾਂ 'ਤੇ ਦਇਆ ਕਰਨ 'ਤੇ ਹੀ ਬੁੱਧੀ ਦੀ ਸ਼ੁੱਧੀ ਹੁੰਦੀ ਹੈ। ਕਰਮ ਹੀ ਜੀਵ ਨੂੰ ਛੋਟਾ ਅਤੇ ਵੱਡਾ ਬਣਾਉਂਦਾ ਹੈ। ਇਸ ਲਈ ਸਦਾ ਚੰਗੇ ਕਰਮ ਕਰੋ, ਬੁਰਾਈ ਤੋਂ ਦੂਰ ਰਹੋ। ਨਫ਼ਰਤ, ਗੁੱਸਾ, ਲਾਲਚ, ਮੋਹ ਦਾ ਤਿਆਗ ਚੰਗੇ ਕਰਮਾਂ ਦੇ ਸਾਥੀ ਹਨ। ਜਿਸ ਤਰ੍ਹਾਂ ਫੁੱਲਾਂ ਵਿੱਚ ਖੁਸ਼ਬੂ, ਤਿਲਾਂ ਵਿੱਚੋਂ ਤੇਲ, ਲੱਕੜੀ ਵਿੱਚ ਅੱਗ, ਦੁੱਧ ਵਿੱਚ ਘਿਓ, ਰਿੱਠੇ ਵਿੱਚ ਗੁਣ। ਇਹਨਾਂ ਸਭ ਚੀਜ਼ਾਂ ਨੂੰ ਬਾਹਰ ਤੋਂ ਦੇਖ ਕੇ ਤੁਸੀਂ ਇਹਨਾਂ ਗੁਣਾਂ ਦੇ ਹੋਣ ਦਾ ਅੰਦਾਜ਼ਾ ਨਹੀਂ ਲਗਾ ਸਕਦੇ, ਕਿਉਂਕਿ ਇਹ ਸਭ ਕੁਝ ਬਾਹਰ ਤੋਂ ਦਿਖਾਈ ਨਹੀਂ ਦਿੰਦਾ। ਇਹਨਾਂ ਗੁਣਾਂ ਤੋਂ ਕੇਵਲ ਵਿਚਾਰ ਤੋਂ ਹੀ ਪਹਿਚਾਣ ਸਕਦੇ ਹੋ। ਠੀਕ ਇਸ ਤਰ੍ਹਾਂ ਮਨੁੱਖ ਸਰੀਰ ਵਿੱਚ ਆਤਮਾ ਦਾ ਵਾਸ ਹੁੰਦਾ ਹੈ। ਇਸ ਆਤਮਾ ਨੂੰ ਅਸੀਂ ਸਰੀਰ ਤੋਂ ਅਲੱਗ ਕਰਕੇ ਨਹੀਂ ਪਹਿਚਾਣ ਸਕਦੇ। ਹਾਂ, ਸਿਰਫ ਆਪਣੇ ਵਿਚਾਰਾਂ ਤੋਂ ਹੀ ਇਸ ਦੀ ਪਹਿਚਾਣ ਕਰ ਸਕਦੇ ਹਾਂ। ਇਸ ਲਈ ਆਪਣੀ ਆਤਮਾ ਨੂੰ ਪਹਿਚਾਣੋ। ਜੀਵ ਤੋਂ ਜ਼ਿਆਦਾ ਆਤਮਾ ਮਹਾਨ ਹੈ। ਦੇਵਤਾ ਕਿੱਥੇ ਹੈ? ਕੀ ਇਹਨਾਂ ਮਿੱਟੀ ਦੀਆਂ ਮੂਰਤੀਆਂ ਵਿੱਚ ਜਾਂ ਉੱਥੇ ਮੰਦਰਾਂ ਵਿੱਚ ਦੇਵਤਾ ਰਹਿੰਦੇ ਹਨ? ਨਹੀਂ, ਇਹ ਸਾਡਾ ਵਹਿਮ ਹੈ। ਦੇਵਤਾ ਕੇਵਲ ਸਾਡੀਆਂ ਭਾਵਨਾਵਾਂ ਵਿੱਚ ਰਹਿੰਦੇ ਹਨ। ਭਾਵਨਾ ਅਤੇ ਸ਼ਰਧਾ ਦਾ ਹੀ ਦੂਜਾ ਨਾਂ ਦੇਵਤਾ ਹੈ। ਜਿਵੇਂ ਤੁਹਾਡੀ ਭਾਵਨਾ ਹੋਵੇਗੀ ਉਸੇ ਤਰ੍ਹਾਂ ਹੀ ਦੇਵਤਾਵਾਂ ਦੇ ਰੂਪ ਦਿਖਾਈ ਦੇਣਗੇ। ਇਹ ਨਾ ਭੁੱਲੋ ਕਿ ਸਾਰਾ ਸੰਸਾਰ ਭਾਵਨਾਵਾਂ 'ਤੇ ਹੀ ਟਿਕਿਆ ਹੈ। ਮੂਰਤੀ ਭਾਵੇਂ ਕਿਸੇ ਚੀਜ਼ ਦੀ ਬਣੀ ਹੋਵੇ, ਧਾਤੂ ਦੀ, ਮਿੱਟੀ, ਪੱਥਰ ਦੀ, ਇਸ ਤੋਂ ਕੋਈ ਫਰਕ ਨਹੀਂ ਪੈਂਦਾ। ਹਾਂ, ਤੁਹਾਡੇ ਮਨ ਵਿੱਚ ਜੋ ਪੂਜਾ ਦੀ ਭਾਵਨਾ ਹੈ ਉਸ ਨੂੰ ਹੀ ਪ੍ਰਮੁੱਖ ਮੰਨਿਆ ਜਾਵੇਗਾ। ਆਤਮਾ ਦੀ ਸ਼ਰਧਾ ਹੀ ਸਭ ਤੋਂ ਵੱਡੀ ਪੂਜਾ ਹੈ। ਤੁਹਾਡੀਆਂ ਭਾਵਨਾਵਾਂ ਕਿਹੋ ਜਿਹੀਆਂ ਹਨ, ਇਹ ਜ਼ਰੂਰ ਦੇਖਿਆ ਜਾਂਦਾ ਹੈ। ਜਿਵੇਂ ਤੁਹਾਡੀਆਂ ਭਾਵਨਾਵਾਂ ਹਨ ਉਸ ਤਰ੍ਹਾਂ ਦਾ ਹੀ ਤੁਹਾਨੂੰ ਫਲ ਮਿਲੇਗਾ। ਚੰਗਾ ਫਲ ਲੈਣ ਲਈ ਸਭ ਤੋਂ ਪਹਿਲਾਂ ਆਪਣੀ ਭਾਵਨਾਵਾਂ ਨੂੰ ਸ਼ੁੱਧ ਕਰਨਾ ਪਵੇਗਾ। ਵਿਸ਼ਾ, ਭੋਗੀ, ਵਾਸ਼ਨਾ ਸਭ ਬੁਰਾਈਆਂ ਦੀ ਜੜ ਮੰਨੇ ਜਾਂਦੇ ਹਨ। ਇਸ ਲਈ ਇਹਨਾਂ ਬੁਰਾਈਆਂ ਨੂੰ ਜੀਵਨ ਤੋਂ ਦੂਰ ਰੱਖੋ। ਇਹਨਾਂ ਦੀ ਥਾਂ 'ਤੇ ਮਿੱਠੀ ਭਾਸ਼ਾ, ਮਾਫ਼ੀ, ਦਇਆ, ਸੱਚਾਈ, ਪ੍ਰੇਮ ਨੂੰ ਆਪਣੇ ਨਾਲ ਰੱਖੋ। ਜੀਵਨ ਦਾ ਅਸਲੀ ਸੁੱਖ ਜੇਕਰ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੁਰਾਈਆਂ ਤੋਂ ਹਮੇਸ਼ਾ ਦੂਰ ਰਹਿਣਾ ਪਵੇਗਾ। ਜੀਵਨ ਦੇ ਸਾਰੇ ਸੁੱਖ ਚੰਗੀਆਂ ਆਦਤਾਂ ਤੋਂ ਹੀ ਮਿਲ ਸਕਦੇ ਹਨ। ਸੋਨੇ ਵਿੱਚ ਕਦੇ ਖੁਸ਼ਬੂ ਨਹੀਂ ਹੁੰਦੀ। ਰਿੱਠੇ ਦੇ ਨਾਲ ਕਦੇ ਚੰਦਨ ਦੇ ਫੁੱਲ ਖਿਲਦੇ ਕਿਸੇ ਨੇ ਨਹੀਂ ਦੇਖੇ। ਵਿਗਿਆਨ ਵੀ ਕਦੇ ਅਮੀਰ ਹੁੰਦਾ ਹੈ ਕੀ ਵਿਧਾਤਾ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਬਣਾ ਸਕਦਾ ਸੀ? ਇਸ ਤਰ੍ਹਾਂ ਕਰਨ ਲਈ ਕੀ ਕੋਈ ਵਿਧਾਤਾ ਨੂੰ ਸਮਝ ਦੇਣ ਵਾਲਾ ਨਹੀਂ ਸੀ? ਇਹ ਸੋਚ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ, ਮਗਰ ਇਹ ਨਾ ਭੁੱਲੋ ਕਿ ਇਹ ਸਭ ਕੁਝ ਕੇਵਲ ਨਿਯਮਾਂ ਅਨੁਸਾਰ ਹੋ ਰਿਹਾ ਹੈ। ਇਹਨਾਂ ਨਿਯਮਾਂ ਦਾ ਪਾਲਣ ਵਿਧਾਤਾ ਨੂੰ ਵੀ ਕਰਨਾ ਪੈਂਦਾ ਹੈ। ਇਹਨਾਂ ਨਿਯਮਾਂ ਦੇ ਉੱਪਰ ਹੀ ਕੁਦਰਤ ਚੱਲ ਰਹੀ ਹੈ। ਕੀ ਕੋਈ ਆਕਾਸ਼ 'ਤੇ ਜਾ ਸਕਦਾ ਹੈ? ਉੱਥੇ ਜਾ ਕੇ ਕਿਸੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ? ਜਾਂ ਕੋਈ ਅੱਜ ਤੱਕ ਆਕਾਸ਼ 'ਤੇ ਗਿਆ ਹੈ? ਜੇਕਰ ਇਹਨਾਂ ਦਾ ਉੱਤਰ ਨਾ ਵਿੱਚ ਹੈ ਤਾਂ ਫਿਰ ਤੁਸੀਂ ਇਸ ਗੱਲ ਦੀ ਕਲਪਨਾ ਕਰੋ। ਜਿਨ੍ਹਾਂ ਲੋਕਾਂ ਨੇ ਧਰਤੀ 'ਤੇ ਵਾਪਸ ਆ ਕੇ ਸੂਰਜ, ਚੰਦਰ ਗ੍ਰਹਿਣ ਦੇ ਬਾਰੇ ਸੈਂਕੜਾਂ ਸਾਲ ਪਹਿਲੇ ਹੀ ਹਿਸਾਬ ਲਗਾ ਕੇ ਦੱਸ ਦਿੱਤਾ, ਉਹਨਾਂ ਨੂੰ ਤੁਸੀਂ ਕੀ ਕਰੋਗੇ? ਸਮਝਦਾਰ, ਜੀ ਹਾਂ, ਜੋ ਲੋਕ ਇੰਨੀ ਵੱਡੀ ਬੁੱਧੀ, ਅਲੌਕਿਕ ਸ਼ਕਤੀ ਦੇ ਨਾਲ ਨਾਲ ਇੰਨੀ ਵੱਡੀ ਬੁੱਧੀ ਵੀ ਰੱਖਦੇ ਹਨ, ਉਹਨਾਂ ਨੂੰ ਹੀ ਅਸੀਂ ਵਿਦਵਾਨ, ਸਮਝਦਾਰ ਹੀ ਕਹਾਂਗੇ। ਭਗਵਾਨ ਮਹਾਨ ਹੈ, ਸਰਵ ਸ਼ਕਤੀਮਾਨ ਹੈ। ਇਸ ਸੰਸਾਰ ਦੀ ਸਾਰੀ ਭੱਜ ਦੌੜ ਭਗਵਾਨ ਦੇ ਹੱਥ ਵਿੱਚ ਹੈ। ਭਗਵਾਨ ਹੀ ਰਾਜਾ ਨੂੰ ਦਾਸ ਅਤੇ ਦਾਸ ਨੂੰ ਰਾਜਾ ਬਣਾ ਦਿੰਦਾ ਹੈ। ਭਗਵਾਨ ਹੀ ਅਮੀਰ ਨੂੰ ਗਰੀਬ ਅਤੇ ਗਰੀਬ ਨੂੰ ਅਮੀਰ ਬਣਾਉਂਦਾ ਹੈ। ਭਗਵਾਨ 'ਤੇ ਭਰੋਸਾ ਰੱਖੋ। ਜਿਸ ਜੀਵ ਦੀ ਮਾਤਾ ਲਕਸ਼ਮੀ ਅਤੇ ਪਿਤਾ ਆਪ ਭਗਵਾਨ ਹੋਣ, ਵਿਸ਼ਨੂੰ ਦੇ ਉਪਾਸਕ ਉਸ ਦੇ ਭਰਾ ਹੋਣ, ਤਿੰਨ ਲੋਕ ਉਸ ਦੇ ਲਈ ਆਪਣੇ ਦੇਸ਼ ਦੇ ਸਮਾਨ ਹੋ ਜਾਂਦੇ ਹਨ, ਉਹ ਸਦਾ ਸੁਖੀ ਰਹਿੰਦਾ ਹੈ। ਜੇਕਰ ਸੰਸਾਰ ਨੂੰ ਚਲਾਉਣ ਵਾਲਾ ਭਗਵਾਨ ਹੈ ਤਾਂ ਮੈਨੂੰ ਆਪਣੇ ਜੀਵਨ ਦੀ ਕੋਈ ਚਿੰਤਾ ਨਹੀਂ। ਹਾਂ, ਜੇਕਰ ਇਸ ਤਰ੍ਹਾਂ ਵਿਸ਼ਵਾਸ ਹੋਵੇ ਤਾਂ ਫਿਰ ਨਵੇਂ ਜੰਮੇ ਬੱਚੇ ਵਾਸਤੇ ਮਾਂ ਦੀਆਂ ਛਾਤੀਆਂ ਵਿੱਚੋਂ ਦੁੱਧ ਕਿਵੇਂ ਆਉਂਦਾ? ਇਹੋ ਸੋਚ ਕੇ ਮੈਂ ਉਸ ਮਹਾਨ ਭਗਵਾਨ ਦੇ ਅੱਗੇ ਸਵੇਰ ਸ਼ਾਮ, ਸੌਂਦੇ ਜਾਗਦੇ, ਬਾਰ-ਬਾਰ ਨਮਸਕਾਰ ਕਰਦੇ ਹੋਏ ਇਹ ਕਹਿੰਦਾ ਹਾਂ, ਇਹ ਸੰਸਾਰ ਦੇ ਸੁਆਮੀ, ਤੂੰ ਹੀ ਮੈਨੂੰ ਇਹ ਜੀਵਨ ਦਿੱਤਾ ਹੈ। ਹੁਣ ਤੁਸੀਂ ਹੀ ਇਸ ਦੀ ਰੱਖਿਆ ਕਰੋਗੇ। ਇਹ ਸਭ ਕੁਝ ਤੁਹਾਡਾ ਹੈ। ਤੁਹਾਡੇ ਹੁੰਦੇ ਹੋਏ ਕਿਸੇ ਚੀਜ਼ ਦੀ ਚਿੰਤਾ ਨਹੀਂ। ਬਸ ਤੁਸੀਂ ਹੀ ਮੇਰੇ 'ਤੇ ਕਿਰਪਾ ਕਰੋ। ਮੈਨੂੰ ਇਸ ਸੰਸਾਰ ਦੀਆਂ ਬੁਰਾਈਆਂ ਤੋਂ ਦੂਰ ਰੱਖੋ। ਜੀਵ ਨੂੰ ਇਹ ਚਾਰ ਗੁਣ ਜਨਮ ਤੋਂ ਹੀ ਤੋਹਫ਼ੇ ਵਿੱਚ ਮਿਲਦੇ ਹਨ।
ਦਾਨ ਦੇਣ ਦੀ ਸ਼ਕਤੀ, ਮਿੱਠੇ ਬੋਲ, ਹਿੰਮਤ, ਧਰਮ, ਗਿਆਨ। ਇਹ ਸਾਰੇ ਗੁਣ ਮਨੁੱਖ ਨੂੰ ਆਪਣੇ ਸੰਸਕਾਰਾਂ ਨਾਲ ਹੀ ਮਿਲਦੇ ਹਨ। ਇਹ ਗੁਣ ਕਿਸੇ ਦੇ ਕਹਿਣ 'ਤੇ ਜਾਂ ਕਿਸੇ ਤੋਂ ਖਰੀਦੇ ਸਿੱਖੇ ਨਹੀਂ ਜਾਂਦੇ। ਇਹ ਧਾਰਮਿਕ ਬਿਰਤੀ ਤਾਂ ਕੁਝ ਹੀ ਵਿਸ਼ੇਸ਼ ਪ੍ਰਾਣੀਆਂ ਨੂੰ ਜਨਮ ਤੋਂ ਪਹਿਲਾਂ ਸੰਸਕਾਰਾਂ ਦੇ ਕਾਰਨ ਮਿਲਦੀ ਹੈ। ਕਲਯੁੱਗ ਨੂੰ ਇਸ ਸੰਸਾਰ ਦੇ ਵਿਨਾਸ਼ ਦਾ ਯੁੱਗ ਮੰਨਿਆ ਜਾਂਦਾ ਹੈ। ਚਾਣਕਿਆ ਦੇ ਵਿਚਾਰਾਂ ਅਨੁਸਾਰ 2500 ਸਾਲ ਬੀਤ ਜਾਣ 'ਤੇ ਪਿੰਡ ਦੇ ਦੇਵਤਾ ਪਿੰਡ ਛੱਡ ਦਿੰਦੇ ਹਨ, ਯਾਨੀ ਕਿ ਪਿੰਡ ਵਾਸੀਆਂ ਦਾ ਧਰਮ ਕਰਮ ਛੁੱਟ ਜਾਂਦਾ ਹੈ। ਇਸ ਤੋਂ ਅਨਾਚਾਰ ਫੈਲ ਜਾਂਦਾ ਹੈ। ਕਲਯੁੱਗ ਦੇ ਅੰਤਕਾਲ ਬੀਤਣ 'ਤੇ ਗੰਗਾ ਨਦੀ ਸੁੱਕ ਜਾਂਦੀ ਹੈ ਅਤੇ 10,000 ਸਾਲ ਬੀਤਣ 'ਤੇ ਆਪ ਵਿਸ਼ਨੂੰ ਭਗਵਾਨ ਧਰਤੀ ਨੂੰ ਛੱਡ ਕੇ ਜਾਂਦਾ ਹੈ। ਇਹੋ ਨਿਸ਼ਾਨ ਹੁੰਦੇ ਹਨ ਮਹਾਂਪਰਲੇ ਦੇ। ਮਹਾਂਪਰਲੇ ਇਸ ਸੰਸਾਰ ਦਾ ਨਾਸ਼ ਕਰਦੀ ਹੈ। ਇੱਕ ਵਾਰ ਇਹ ਪੂਰਾ ਸੰਸਾਰ ਮਿਟ ਜਾਂਦਾ ਹੈ। ਇਹੋ ਹੁੰਦਾ ਹੈ ਕਲਯੁੱਗ ਦਾ ਅੰਤ। ਇਸ ਤੋਂ ਬਾਅਦ ਸੰਸਾਰ ਦਾ ਨਿਰਮਾਣ ਹੁੰਦਾ ਹੈ। ਇਹ ਸਿਲਸਿਲਾ ਨਾ ਜਾਣੇ ਕਦੋਂ ਤੋਂ ਚੱਲਿਆ ਆ ਰਿਹਾ ਹੈ। ਤੀਰਥ ਯਾਤਰਾ, ਪੂਜਾ ਅਤੇ ਤੀਰਥ ਸਥਾਨ ਇਹ ਸਭ ਸਿਰਫ ਮਨ ਦੀ ਸ਼ੁੱਧੀ ਲਈ ਹੁੰਦੇ ਹਨ। ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ ਤੁਸੀਂ ਸਿਰਫ ਆਪਣੇ ਪਾਪਾਂ ਦਾ ਹੀ ਪ੍ਰਾਸ਼ਚਿਤ ਕਰਦੇ ਹੋ। ਇਸ ਤਰ੍ਹਾਂ ਦੀ ਧਾਰਨਾ ਲੈ ਕੇ ਹੀ ਤੀਰਥ ਯਾਤਰਾ ਕਰਦੇ ਹਨ। ਕੀ ਤੁਸੀਂ ਸਮਝਦੇ ਹੋ ਇਸ ਤਰ੍ਹਾਂ ਕਰਨ 'ਤੇ ਮਨੁੱਖ ਦੇ ਪਾਪਾਂ ਦਾ ਬੋਝ ਘੱਟ ਹੋ ਜਾਂਦਾ ਹੈ? ਨਹੀਂ। ਜਿਸ ਤਰ੍ਹਾਂ ਸ਼ਰਾਬ ਦਾ ਪਾਤਰ ਜਲਾ ਦੇਣ 'ਤੇ ਵੀ ਸ਼ੁੱਧ ਨਹੀਂ ਮੰਨਿਆ ਜਾਂਦਾ, ਉਂਝ ਹੀ ਤੀਰਥ ਸਥਾਨਾਂ 'ਤੇ ਜਾ ਕੇ ਉੱਥੇ ਨਹਾਉਣ 'ਤੇ ਪਾਪ ਨਹੀਂ ਧੋਤੇ ਜਾਂਦੇ। ਭੋਜਨ ਕਰਦੇ ਸਮੇਂ ਜੀਵ ਨੂੰ ਹਮੇਸ਼ਾ ਚੁੱਪ ਰਹਿਣਾ ਚਾਹੀਦਾ ਹੈ। ਚੁੱਪ ਰਹਿ ਕੇ ਭੋਜਨ ਕਰਨਾ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਵਿਸ਼ੇ 'ਤੇ ਚਾਣਕਿਆ ਦਾ ਮਤ ਹੈ, ਜੋ 1 ਸਾਲ ਤੱਕ ਚੁੱਪ ਰਹਿ ਕੇ ਭੋਜਨ ਕਰਦਾ ਹੈ, ਉਹ 1000 ਕਰੋੜਾਂ ਸਾਲਾਂ ਤੱਕ ਸਵਰਗ ਲੋਕ ਵਿੱਚ ਥਾਂ ਪਾਉਂਦਾ ਹੈ। ਉਸ ਦੇ ਲਈ ਸੁੱਖਾਂ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਹਨ। ਜੋ ਬ੍ਰਾਹਮਣ ਕੁਦਰਤੀ ਰੂਪ ਵਿੱਚ ਪੈਦਾ ਹੋਏ ਫਲਾਂ ਅਤੇ ਹੋਰ ਪਦਾਰਥਾਂ ਨੂੰ ਖਾ ਪੀ ਕੇ ਇਸ ਸੰਸਾਰ ਤੋਂ ਦੂਰ ਦੁਨੀਆ ਵਿੱਚ ਰਹਿੰਦੇ ਹੋਏ ਭਗਵਾਨ ਦੀ ਪੂਜਾ ਕਰਦਾ ਹੈ, ਉਹ ਸੱਚਾ ਭਗਤ, ਮਹਾਂਪੁਰਖ, ਸੱਚਾ ਬ੍ਰਾਹਮਣ ਮੰਨਿਆ ਜਾਂਦਾ ਹੈ। ਜੋ ਬ੍ਰਾਹਮਣ ਕੇਵਲ ਇੱਕ ਸਮੇਂ ਭੋਜਨ ਕਰਕੇ ਸੰਤੁਸ਼ਟ ਹੋ ਜਾਵੇ, ਕੇਵਲ ਮਾਸਿਕ ਧਰਮ ਦੀ ਸਮਾਪਤੀ ਤੋਂ ਬਾਅਦ ਘਰ ਵਿੱਚ ਔਰਤ ਨਾਲ ਇੱਕ ਵਾਰ ਸਹਿਵਾਸ ਕਰਦਾ ਹੈ, ਉਹੀ ਬ੍ਰਾਹਮਣ ਵਿਦਵਾਨ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦਾ ਬ੍ਰਾਹਮਣ ਚੰਗਾ, ਪਵਿੱਤਰ ਅਤੇ ਲੰਮੀ ਉਮਰ ਵਾਲਾ ਹੁੰਦਾ ਹੈ। ਭੁੱਖੇ ਲੋਕਾਂ ਨੂੰ ਖਾਣਾ ਖਿਲਾਉਣਾ, ਬ੍ਰਾਹਮਣਾਂ ਨੂੰ ਦਾਨ ਦੇਣ ਵਾਲਾ ਜੀਵ ਚਾਹੇ ਇਸ ਨੂੰ ਘੱਟ ਹੀ ਕਰੇ ਤਾਂ ਹੀ ਉਸ ਦਾ ਫਲ ਬਹੁਤ ਚੰਗਾ ਮਿਲਦਾ ਹੈ। ਭਗਵਾਨ ਇਸ ਤਰ੍ਹਾਂ ਦੇ ਲੋਕਾਂ ਤੋਂ ਬਹੁਤ ਖੁਸ਼ ਰਹਿੰਦਾ ਹੈ। ਸਵਰਗ ਦੇ ਦਰਵਾਜ਼ੇ ਉਹਨਾਂ ਲਈ ਖੁੱਲ੍ਹੇ ਰਹਿੰਦੇ ਹਨ। ਜੋ ਜੀਵ ਦਾਨ ਨਹੀਂ ਦਿੰਦਾ, ਭੋਜਨ ਨਹੀਂ ਕਰਦਾ, ਸਾਧੂ ਦੀ ਇੱਜ਼ਤ ਨਹੀਂ ਕਰਦਾ, ਤੀਰਥ ਯਾਤਰਾ ਨਹੀਂ ਕਰਦਾ, ਬਸ ਕੇਵਲ ਪੈਸੇ ਦੇ ਲਾਲਚ ਵਿੱਚ ਅੰਨਾ ਹੋ ਕੇ ਬੁਰੇ ਕੰਮਾਂ ਤੋਂ ਪੈਸਾ ਇਕੱਠਾ ਕਰਦਾ ਹੈ, ਉਸ ਪਾਪ ਦੇ ਪੈਸੇ ਦੀ ਸ਼ਕਤੀ ਤੋਂ ਆਪਣੇ ਨੂੰ ਵੱਡਾ ਸਮਝਣ ਲੱਗਦਾ ਹੈ। ਉਸ ਵਿਅਕਤੀ ਨੂੰ ਤਾਂ ਇੱਕ ਮੁਰਦਾ ਸਮਝ ਲੈਣਾ ਚਾਹੀਦਾ ਹੈ। ਜੋ ਲੋਕ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਨਹੀਂ ਕਰਦੇ, ਰਾਧਾ ਕ੍ਰਿਸ਼ਨ ਜੀ ਦੇ ਚਰਿੱਤਰ ਦੀਆਂ 3 ਕਥਾਵਾਂ ਨਹੀਂ ਪੜ੍ਹਦੇ, ਨਾ ਹੀ ਕਿਤੇ ਜਾ ਕੇ ਪਾਠ ਕੀਰਤਨ ਸੁਣਦੇ ਹਨ, ਇਸ ਤਰ੍ਹਾਂ ਦੇ ਵਿਅਕਤੀਆਂ ਦਾ ਜੀਵਨ ਬੇਕਾਰ ਹੈ। ਉਹਨਾਂ ਦਾ ਜੀਣਾ ਨਾ ਜੀਣਾ ਬਰਾਬਰ ਹੈ। ਉੱਲੂ ਦਿਨ ਵਿੱਚ ਦੇਖ ਨਹੀਂ ਸਕਦਾ, ਇਸ ਵਿੱਚ ਸੂਰਜ ਦਾ ਕੀ ਦੋਸ਼? ਕਦੀਨ ਦੇ ਦਰਖਤ 'ਤੇ ਪੱਤੇ ਨਹੀਂ ਆਉਂਦੇ, ਨਾ ਹੀ ਫੁੱਲ ਖਿਲਦੇ ਹਨ, ਇਸ ਵਿੱਚ ਭਲਾ ਬਸੰਤ ਦਾ ਕੀ ਦੋਸ਼ ਹੈ? ਚਾਤਕ ਦੇ ਮੂੰਹ ਵਿੱਚ ਵਰਖਾ ਦੀ ਬੂੰਦ ਨਹੀਂ ਜਾ ਸਕਦੀ, ਇਸ ਵਿੱਚ ਬੱਦਲਾਂ ਦਾ ਕੀ ਦੋਸ਼ ਹੈ? ਅਤੇ ਭਰਾ, ਜੋ ਕੁਝ ਵਿਧਾਤਾ ਨੇ ਸਾਡੇ ਨਸੀਬ ਵਿੱਚ ਲਿਖ ਦਿੱਤਾ ਹੈ, ਉਹੀ ਹੋ ਕੇ ਰਹੇਗਾ। ਉਸ ਨੂੰ ਤਾਂ ਦੁਨੀਆ ਦੀ ਕੋਈ ਸ਼ਕਤੀ ਬਦਲ ਨਹੀਂ ਸਕਦੀ। ਧਰਮ ਦੇ ਕੰਮਾਂ ਵਿੱਚ ਸਭ ਤੋਂ ਅੱਗੇ ਰਹਿਣਾ, ਮਿੱਠੇ ਬੋਲ ਬੋਲਣਾ, ਦਾਨ ਪੁੰਨ ਕਰਨ ਦਾ ਫਰਜ਼ ਸਮਝਣਾ, ਬ੍ਰਾਹਮਣਾਂ ਦਾ ਆਦਰ ਸਤਿਕਾਰ ਕਰਨਾ, ਨਮਰਤਾ, ਗੰਭੀਰਤਾ, ਸ਼ੁੱਧ ਵਿਚਾਰ ਰੱਖਣਾ, ਘਰ ਆਏ ਮਹਿਮਾਨ ਦੀ ਸੇਵਾ, ਭਗਵਾਨ ਦੀ ਪੂਜਾ, ਇਹ ਸਭ ਗੁਣ ਇੱਕ ਚੰਗੇ ਮਹਾਨ ਪੁਰਖ ਦੀ ਨਿਸ਼ਾਨੀ ਹੁੰਦੀ ਹੈ। ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਕਲਪੁਰਖ ਅਸਲ ਵਿੱਚ ਇੱਕ ਕੁੜੀ ਹੁੰਦੀ ਹੈ। ਸੋਨੇ ਦਾ ਪਹਾੜ, ਸੁਮੇਰੂ ਪਰਬਤ ਕੇਵਲ ਅਚਲ ਪਹਾੜ ਹੁੰਦਾ ਹੈ। ਹੀਰੇ ਜਵਾਹਰਾਤ ਦਾ ਬਾਦਸ਼ਾਹ ਚਿੰਤਾਮਣੀ ਸਿਰਫ ਇੱਕ ਪੱਥਰ ਹੀ ਤਾਂ ਹੈ। ਸਮੁੰਦਰ ਦਾ ਪਾਣੀ ਨਮਕੀਨ ਹੁੰਦਾ ਹੈ। ਸੂਰਜ ਕਿਰਨਾਂ ਵਿੱਚ ਉੱਗਦਾ ਹੈ, ਚੰਦਰਮਾ ਦੀਆਂ ਕਿਰਨਾਂ ਕਮਜ਼ੋਰ ਹਨ। ਕਮਜ਼ੋਰ ਸਰੀਰ ਕਿਸੇ ਕੰਮ ਦਾ ਨਹੀਂ। ਕਾਮਧੇਨੂ ਇੱਕ ਵਧੀਆ ਪਸ਼ੂ ਹੈ। ਇਸ ਲਈ ਹੇ ਪ੍ਰਭੂ, ਇਹਨਾਂ ਵਿੱਚੋਂ ਕਿਸੇ ਦੇ ਨਾਲ ਵੀ ਤੁਹਾਡੀ ਤੁਲਨਾ ਨਹੀਂ ਹੋ ਸਕਦੀ। ਅਸਲ ਵਿੱਚ ਤੁਹਾਡੀ ਕਿਸੇ ਨਾਲ ਤੁਲਨਾ ਨਹੀਂ ਹੋ ਸਕਦੀ। ਚੰਗੇ ਕੰਮ ਕਰਦੇ ਹੋਏ ਇੱਕ ਛੋਟਾ ਜਿਹਾ ਜੀਵਨ ਵੀ ਮਹਾਨ ਮੰਨਿਆ ਜਾਵੇਗਾ। ਉਸ ਦੀ ਉਪੇਖਾ, ਜੇਕਰ ਕੋਈ ਪ੍ਰਾਣੀ ਬੁਰੇ ਕੰਮ ਕਰਦਾ ਹੈ, ਜੇਕਰ ਉਸ ਦੀ ਉਮਰ 100 ਸਾਲ ਵੀ ਹੋਵੇ ਤਾਂ ਬੇਕਾਰ ਹੁੰਦੀ ਹੈ। ਉਸ ਦਾ ਜੀਣਾ ਨਾ ਜੀਣਾ ਬਰਾਬਰ ਹੈ। ਹਰ ਜੀਵ ਦੀ ਉਮਰ, ਕਿਸਮਤ, ਪੜ੍ਹਾਈ, ਪੈਸਾ ਅਤੇ ਮੌਤ
ਇਹ ਸਭ ਕੁਝ ਉਸਦੇ ਗਰਭ ਵਿੱਚ ਹੀ ਲਿਖ ਦਿੱਤਾ ਜਾਂਦਾ ਹੈ। ਇਹਨਾਂ ਵਿੱਚ ਹਰ ਚੀਜ਼ ਦਾ ਸਮਾਂ ਆਪ ਭਗਵਾਨ ਪੱਕਾ ਕਰਦੇ ਹਨ, ਜਿਸ ਨੂੰ ਅਸੀਂ ਕਿਸਮਤ ਕਹਿੰਦੇ ਹਾਂ। ਮਨੁੱਖ ਕਿਸਮਤ ਦਾ ਦਾਸ ਹੈ। ਜੋ ਕੁਝ ਵੀ ਉਸਦੀ ਕਿਸਮਤ ਵਿੱਚ ਪਹਿਲੇ ਤੋਂ ਲਿਖਿਆ ਹੁੰਦਾ ਹੈ, ਉਹ ਹੀ ਹੁੰਦਾ ਹੈ। ਭਗਵਾਨ ਦਾ ਗਿਆਨ ਹੀ ਜੀਵ ਨੂੰ ਹਨੇਰਿਆਂ ਤੋਂ ਬਾਹਰ ਕੱਢਦਾ ਹੈ। ਗਿਆਨ ਹੀ ਸਭ ਤੋਂ ਵੱਡਾ ਪ੍ਰਕਾਸ਼ ਹੈ। ਇਸ ਨਾਲ ਅਭਿਮਾਨ ਖਤਮ ਹੋ ਜਾਂਦਾ ਹੈ। ਗਿਆਨ ਪ੍ਰਾਪਤ ਹੋਣ 'ਤੇ ਜੀਵ ਮਾਇਆ ਜਾਲ ਤੋਂ ਦੂਰ ਹੋ ਜਾਂਦਾ ਹੈ। ਇਸ ਤਰ੍ਹਾਂ ਹਰ ਜੀਵ ਹਰ ਥਾਂ 'ਤੇ ਜੀਵਨ ਦਾ ਆਨੰਦ ਭੋਗ ਲੈਂਦੇ ਹਨ। ਸੁੱਖ ਕਦੇ ਵੀ ਆਪਣੀ ਇੱਛਾ ਨਾਲ ਨਹੀਂ ਮਿਲਦਾ। ਇਸ ਸੰਸਾਰ ਵਿੱਚ ਸਭ ਕੁਝ ਕਾਮ ਦੇਵਤਾ ਦੇ ਅਧੀਨ ਹਨ। ਇਸ ਲਈ ਸੰਤੋਸ਼ 'ਤੇ ਹੀ ਭਰੋਸਾ ਰੱਖਣਾ ਠੀਕ ਹੁੰਦਾ ਹੈ ਅਤੇ ਜੋ ਕੁਝ ਵੀ ਮਿਲੇ ਉਸ ਨੂੰ ਹੀ ਕਿਸਮਤ ਸਮਝ ਕੇ ਆਨੰਦ ਲੈਣਾ ਚਾਹੀਦਾ ਹੈ। ਜੀਵ ਜਦ ਕਦੇ ਗਿਆਨ ਦੀਆਂ ਗੱਲਾਂ ਸੁਣਦਾ ਹੈ ਜਾਂ ਫਿਰ ਕਿਸੇ ਨੂੰ ਮਰਦੇ ਹੋਏ ਵੇਖਦਾ ਹੈ ਤਾਂ ਉਸਦੇ ਮਨ ਵਿੱਚ ਵਿਰਾਗ ਪੈਦਾ ਹੁੰਦਾ ਹੈ। ਇਹ ਵਿਰਾਗ ਇਸ ਥੋੜ੍ਹੇ ਸਮੇਂ ਲਈ ਹੀ ਰਹਿੰਦਾ ਹੈ। ਉਸ ਸਮੇਂ ਮਨੁੱਖ ਦੀ ਹਾਲਤ ਇਹ ਹੁੰਦੀ ਹੈ ਕਿ ਉਹ ਭਗਵਾਨ ਨੂੰ ਯਾਦ ਕਰਦੇ ਹੋਏ ਇਹ ਕਹਿੰਦਾ ਹੈ ਕਿ ਇਹ ਸੰਸਾਰ ਤਾਂ ਕੇਵਲ ਇੱਕ ਮਾਇਆ ਜਾਲ ਹੈ। ਇਸ ਵਿੱਚ ਬੁਰੇ ਕਰਮ ਨਹੀਂ ਕਰਨੇ ਚਾਹੀਦੇ। ਪਰ ਕੁਝ ਸਮੇਂ ਬਾਅਦ ਹੀ ਜਦ ਇਹ ਮਾਇਆ ਜਾਲ ਵਿੱਚ ਫਸ ਜਾਂਦਾ ਹੈ ਤਾਂ ਸਭ ਕੁਝ ਭੁੱਲ ਜਾਂਦਾ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮਨੁੱਖ ਨੂੰ ਜੀਵਨ, ਮੌਤ, ਗਿਆਨ ਨੂੰ ਨਹੀਂ ਭੁੱਲਣਾ ਚਾਹੀਦਾ। ਜੀਵਨ ਤਾਂ ਇੱਕ ਧੁੱਪ ਛਾਂ ਦਾ ਖੇਡ ਹੈ। ਇਸ ਖੇਡ ਵਿੱਚ ਬੁਰਾਈ ਤੋਂ ਜਿੰਨਾ ਦੂਰ ਰਹੋ ਉਨਾ ਹੀ ਚੰਗਾ ਹੈ। ਕੁਝ ਲੋਕ ਬਸ ਇੱਕ ਹੀ ਕਾਮ ਦੇ ਦਰਵਾਜ਼ੇ ਤੋਂ ਸੰਸਾਰ ਨੂੰ ਆਪਣੇ ਵੱਸ ਵਿੱਚ ਕਰ ਲੈਣਾ ਚਾਹੁੰਦੇ ਹਨ। ਇਸ ਤਰ੍ਹਾਂ ਦੇ ਲੋਕ ਜੀਵਨ ਮਾਰਗ ਤੋਂ ਭਟਕੇ ਹੋਏ ਸਮਝੇ ਜਾਂਦੇ ਹਨ। ਇਸ ਤਰ੍ਹਾਂ ਦੇ ਲੋਕਾਂ ਨੂੰ ਭਟਕਣ ਤੋਂ ਬਚਾਉਣ ਲਈ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ। 5 ਗਿਆਨ ਇੰਦਰੀਆਂ, ਅੱਖ, ਕੰਨ, ਨੱਕ, ਜ਼ੁਬਾਨ, ਸਰੀਰ ਦੀਆਂ ਹੀ 5 ਕਾਮ ਇੰਦਰੀਆਂ, ਹੱਥ, ਪੈਰ, ਮੂੰਹ, ਲਿੰਗ, ਗੁਦਾ, ਇਹਨਾਂ 'ਤੇ ਸੰਜਮ ਰੱਖਣਾ ਚਾਹੀਦਾ। ਜਿਸ ਨੇ ਰੂਪ, ਰਸ, ਅਭਿਮਾਨ, ਸਪਰਸ਼ 'ਤੇ ਜਿੱਤ ਪਾ ਲਈ ਉਹ ਵੀ ਮਹਾਨ ਹੈ। ਇਸ ਕੰਮ ਤੋਂ ਉਹ ਸਾਰੇ ਸੰਸਾਰ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ। ਜੋ ਜੀਵ ਕਾਮ, ਗੁੱਸਾ, ਲਾਲਚ, ਮੋਹ, ਹੰਕਾਰ ਦੇ ਹੱਥਾਂ ਨੂੰ ਖਿਡੌਣਾ ਬਣ ਕੇ ਜੀਵਨ ਦੇ ਅਰਥ ਨੂੰ ਹੀ ਭੁੱਲ ਗਏ, ਇਸ ਤਰ੍ਹਾਂ ਦੇ ਲੋਕ ਇੱਕ ਤਰ੍ਹਾਂ ਤੋਂ ਆਪਣੇ ਹੱਥਾਂ ਨਾਲ ਗਾਂ ਦੀ ਹੱਤਿਆ ਜਿਹਾ ਕਰਮ ਕਰਦੇ ਹਨ। ਜਿਨ੍ਹਾਂ ਲੋਕਾਂ ਨੇ ਕਾਮ, ਗੁੱਸਾ, ਲਾਲਚ, ਮੋਹ, ਹੰਕਾਰ ਦੇ ਉੱਪਰ ਕਾਬੂ ਪਾ ਲਵੇ ਉਹ ਮਹਾਨ ਬਣ ਗਏ। ਹਰ ਥਾਂ 'ਤੇ ਉਹਨਾਂ ਦੀ ਵਿਜੈ ਹੁੰਦੀ ਹੈ। ਇਹ ਸੰਸਾਰ ਸਦਾ ਨਹੀਂ ਰਹਿੰਦਾ, ਤਾਂ ਫਿਰ ਜੀਵ ਇਹ ਕਿਉਂ ਸੋਚਦਾ ਹੈ ਕਿ ਉਹ ਸਦਾ ਇੱਥੇ ਰਹੇਗਾ। ਮੌਤ ਤਾਂ ਇੱਕ ਦਿਨ ਆਵੇਗੀ ਹੀ, ਇਸ ਨੂੰ ਕਦੇ ਨਾ ਭੁੱਲੋ। ਇਸ ਲਈ ਕਦੇ ਵੀ ਬੁਰੇ ਲੋਕਾਂ ਦਾ ਸਾਥ ਨਾ ਕਰੋ। ਕੇਵਲ ਗਿਆਨੀਆਂ, ਸ਼ਰੀਫਾਂ, ਭਲੇ ਲੋਕਾਂ ਦਾ ਸਾਥ ਕਰੋ। ਭਗਵਾਨ ਨੂੰ ਕਦੇ ਨਾ ਭੁੱਲੋ। ਜਿੱਥੋਂ ਤੱਕ ਹੋ ਸਕੇ ਪੁੰਨ ਕੰਮ ਕਰਦੇ ਰਹੋ। ਇਸੇ ਤਰ੍ਹਾਂ ਤੁਸੀਂ ਜੀਵਨ ਦੇ ਸੱਚੇ ਸੁੱਖ ਪਾਵੋਗੇ। ਜੋ ਮਨੁੱਖ ਸਾਰੇ ਜੀਵਾਂ 'ਤੇ ਤਰਸ ਖਾਂਦਾ ਹੈ ਅਤੇ ਬਿਨਾਂ ਕਿਸੇ ਸਵਾਰਥ ਦੇ ਲੋਕਾਂ ਦੀ ਸੇਵਾ ਕਰਦਾ ਹੈ ਅਤੇ ਬਿਨਾਂ ਭਗਵੇਂ ਕੱਪੜੇ ਪਾਏ, ਮੱਥੇ 'ਤੇ ਚੰਦਨ ਨੂੰ ਲੇਪ ਕੀਤੇ ਬਿਨਾਂ ਹੀ ਲੋਕਾਂ ਨੂੰ ਗਿਆਨ ਦਿੰਦਾ ਹੈ, ਉਹ ਹੀ ਜੀਵ ਸਦਾ ਸਾਧੂ ਹੁੰਦਾ ਹੈ। ਗੰਦੇ ਕੱਪੜੇ ਪਾਉਣ ਵਾਲੇ, ਗੰਦੇ ਦੰਦ ਵਾਲੇ, ਜ਼ਿਆਦਾ ਭੋਜਨ ਕਰਨ ਵਾਲੇ, ਗੰਦੇ ਸ਼ਬਦ ਬੋਲਣ ਵਾਲੇ ਅਤੇ ਸੂਰਜ ਚੜ੍ਹਨ ਅਤੇ ਛੁਪਣ ਦੇ ਸਮੇਂ ਸੌਣ ਵਾਲੇ ਜੀਵ ਭਲੇ ਹੀ ਤੁਸੀਂ ਵਿਸ਼ਨੂੰ ਭਗਵਾਨ ਹੀ ਕਿਉਂ ਨਾ ਹੋਵੇ, ਉਹਨਾਂ ਨੂੰ ਲਕਸ਼ਮੀ ਛੱਡ ਦਿੰਦੀ ਹੈ। ਉਹ ਲੋਕ ਸਦਾ ਹੀ ਗਰੀਬ ਰਹਿੰਦੇ ਹਨ। ਗਿਆਨ ਸ਼ਾਸਤਰ ਅਗਿਣਤ ਹੈ। ਪੜ੍ਹਾਈ ਦੀ ਕੋਈ ਸੀਮਾ ਨਹੀਂ, ਮਗਰ ਇਹ ਜੀਵਨ ਸੀਮਤ ਹੈ। ਇਸ ਵਿੱਚ ਰੁਕਾਵਟਾਂ ਵੀ ਬਹੁਤ ਹਨ। ਉਂਝ ਤਾਂ ਜੀਵ ਨੂੰ ਚਾਹੀਦਾ ਹੈ ਕਿ ਗਿਆਨ ਨੂੰ ਆਪਣੇ ਅੰਦਰ ਹਜ਼ਮ ਕਰ ਲਵੇ। ਗਿਆਨੀ ਲੋਕ ਹਰ ਚੰਗਿਆਈ ਨੂੰ ਆਪਣੇ ਅੰਦਰ ਹਜ਼ਮ ਕਰ ਲੈਂਦੇ ਹਨ ਅਤੇ ਉਹ ਹੀ ਮਹਾਨ ਹੁੰਦੇ ਹਨ। ਉਹਨਾਂ ਦਾ ਜੀਵਨ ਵੀ ਮਹਾਨ ਹੁੰਦਾ ਹੈ। ਇਸ ਤਰ੍ਹਾਂ ਦੇ ਬਹੁਤ ਲੋਕ ਹਨ ਜੋ ਵੱਡੇ ਵੱਡੇ ਧਰਮ ਗ੍ਰੰਥਾਂ ਨੂੰ ਪੜ੍ਹਨ ਤੋਂ ਬਾਅਦ ਵੀ ਗਿਆਨ ਨਹੀਂ ਪ੍ਰਾਪਤ ਕਰ ਪਾਉਂਦੇ। ਜਿਵੇਂ ਕੋਈ ਸੁਆਦਲਾ ਭੋਜਨ ਬਣਾਉਣ ਤੋਂ ਬਾਅਦ ਉਸ ਦੇ ਸਵਾਦ ਨੂੰ ਨਹੀਂ ਜਾਣ ਸਕਦਾ। ਇਸ ਲਈ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਉਹਨਾਂ ਵਿੱਚੋਂ ਗਿਆਨ ਪ੍ਰਾਪਤ ਕਰਨ 'ਤੇ ਹੀ ਲਾਭ ਹੋ ਸਕਦਾ ਹੈ, ਕੇਵਲ ਉਹਨਾਂ ਨੂੰ ਪੜ੍ਹਨ 'ਤੇ ਕੋਈ ਲਾਭ ਨਹੀਂ। ਚੰਗੇ ਕਰਮ ਕਰਨ ਵਾਲੇ ਜੀਵ ਜਿਨ੍ਹਾਂ ਨੇ ਕਾਮ, ਗੁੱਸਾ, ਲਾਲਚ ਅਤੇ ਮੋਹ ਤੋਂ ਦੂਰ ਰਹਿਣਾ ਸਿੱਖ ਲਿਆ ਹੋਵੇ, ਉਹ ਸਦਾ ਮੁਕਤੀ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਨੂੰ ਮਰਨ ਤੋਂ ਬਾਅਦ ਸਵਰਗ ਵਿੱਚ ਥਾਂ ਮਿਲਦੀ ਹੈ। ਸਿਰਫ ਭਜਨ ਕਰਨ 'ਤੇ ਅਤੇ ਪੂਜਾ ਕਰਨ 'ਤੇ ਕਦੇ ਵੀ ਮੁਕਤੀ ਨਹੀਂ ਮਿਲਦੀ। ਕਰਮ ਤਾਂ ਜ਼ਰੂਰ ਹੀ ਕਰਨਾ ਚਾਹੀਦਾ ਹੈ। ਕਰਮ ਯਥਾਰਥ ਹੈ, ਧਰਮ ਆਦਰਸ਼, ਇਸ ਲਈ ਹਮੇਸ਼ਾ ਯਥਾਰਥ ਨੂੰ ਹੀ ਕਰਨਾ ਚਾਹੀਦਾ ਹੈ। ਗਿਆਨ ਉਹ ਪ੍ਰਸ਼ਨ ਪੁੰਜ ਹੈ ਜੋ ਜੀਵਨ ਭਰ ਰਸਤਾ ਵਿਖਾਉਂਦਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।